FCA ਦਾ ਇੱਕ ਬਹੁਤ ਹੀ ਸੀਨੀਅਰ ਲੈਵਲ ਦਾ ਅਫਸਰ ਲੱਖਾਂ ਰੁਪਏ ਦੇ ਨਾਲ ਉਹਦੇ ਕੋਲੋਂ ਰਿਕਵਰੀ ਹੋਈ ਹੈ। ਆਈਡਲੀ ਤਾਂ ਹੋਣਾ ਚਾਹੀਦਾ ਕਿ VK ਜੰਜੂਆ ਚੀਫ ਸਕੱਤਰ ਦਾ 2009 ਵਾਲਾ ਕੇਸ ਵੀ ਹੁਣ ਇੱਕ ਵਾਰ ਦੁਬਾਰਾ ਖੋਲ ਕੇ ਉਸਨੂੰ ਐਗਜ਼ਾਮਿਨ ਕੀਤਾ ਜਾਣਾ ਚਾਹੀਦਾ ਕਿ ਉਸਦੇ ਵਿੱਚ ਕੀ ਮੈਰਿਟ ਸੀ, ਕੀ ਉਹਨਾਂ ਨੂੰ ਟਰੈਪ ਗਲਤ ਕੀਤਾ ਗਿਆ, ਵਿਜੀਲੈਂਸ ਬਿਊਰੋ ਨੇ ਨਹੀਂ ਕੀਤਾ, ਕਿਉਂਕਿ ਇਹ ਚੀਜ਼ਾਂ ਨੂੰ ਵਿੱਚ ਹੀ ਛੱਡਤਾ ਜਾਂਦਾ ਹੈ ਤੇ ਇਹੀ ਕੋਸ਼ਿਸ਼ ਹੁੰਦੀ ਹੈ। ਸੁਨੇਹਾ ਬਹੁਤ ਸਖਤ ਭੇਜਣ ਦੇ ਵਿੱਚ ਮੁੱਖ ਮੰਤਰੀ ਕਾਮਯਾਬ ਹੋਏ ਨੇ। ਹਾਲਾਂਕਿ ਇਸ ਤੋਂ ਪਹਿਲਾਂ ਵੀ ਆਪਾਂ ਜ਼ਿਕਰ ਕੀਤਾ ਸੀ ਵੀ ਇੰਜ ਲੱਗ ਰਿਹਾ ਸੀ ਮੁੱਖ ਮੰਤਰੀ ਕਿਤੇ ਢਿੱਲੇ ਨਾ ਪੈ ਜਾਣ, ਅਫਸਰਸ਼ਾਹੀ ਦੇ ਦਬਾਅ ਜਾਂ ਉਸ ਪ੍ਰੈਸ਼ਰ ਦੇ ਹੇਠ ਚੰਗੇ ਮੁੱਖ ਮੰਤਰੀ ਨੂੰ ਆਪਾਂ ਦੱਬਦੇ ਹੋਏ ਵੇਖਿਆ ਹੈ। ਤਾਂ ਕੀ ਤੁਹਾਨੂੰ ਲੱਗਦਾ ਆਉਣ ਵਾਲੇ ਜਿਹੜਾ ਸਮਾਂ ਹੈ ਸਰਕਾਰ ਦਾ ਉਹਦੇ 'ਚ ਟਸਲ ਚੱਲਦੀ ਰਹੂਗੀ, ਕਿਤੇ ਨਾ ਕਿਤੇ ਅਫਸਰਾਂ ਦੇ ਮਨਾਂ 'ਚ ਵੀ ਕੋਈ ਗੱਲ ਰਹੇ ਜੀ? ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਖਤੀ ਦੇ ਨਾਲ ਪੇਸ਼ ਆਏ ਨੇ ਅਫਸਰਸ਼ਾਹੀ ਨਾਲ। ਜਿਹੜਾ ਕੰਮਕਾਰ ਸਰਕਾਰ ਦਾ ਠੱਪ ਪਿਆ ਸੀ, ਉਹਨਾਂ ਨੇ ਚਿੱਠੀ ਕੱਢੀ ਹੈ। ਉਸ ਤੋਂ ਬਾਅਦ ਚੀਫ ਸੈਕਟਰੀ ਵੱਲੋਂ ਵੀ CM ਦੀ ਹਦਾਇਤਾਂ ਦਾ ਪਾਲਣ ਕਰਦੇ ਹੋਏ ਇੱਕ ਹੋਰ ਦਿਸ਼ਾ ਨਿਰਦੇਸ਼ ਦਿੱਤੇ ਜਾਂਦੇ ਨੇ, ਜਿਸ ਅੰਦਰ ਕਿਹਾ ਜਾਂਦਾ ਵੀ ਕੰਮਕਾਰ ਜੁਆਇਨ ਕਰੋ, ਨਹੀਂ ਤਾਂ ਤੁਹਾਡਾ ਰੈਕਡ ਜਾਂ ਤੁਹਾਨੂੰ ਸਸਪੈਂਡ ਕਰ ਦਿੱਤਾ ਜਾਵੇਗਾ। ਇਸੀ ਮੁੱਦੇ ਤੇ ਅੱਜ ਗੱਲਬਾਤ ਕਰਾਂਗੇ। ਮੈਂ ਹਾਂ ਤੁਹਾਡਾ ਹੋਸਟ ਸ਼ੁਭਕਰਮਨ ਸਿੰਘ ਢਾਲੀਵਾਲ, ਮੇਰੇ ਨਾਲ ਰਿਤੇਸ਼ ਰੱਖੀ ਜੀ। ਰਿਤੇਸ਼ ਜੀ, ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਸ਼ੁਭਕਰਮਨ ਜੀ। ਰਿਤੇਸ਼ ਜੀ, ਹੁਣ ਤੱਕ ਜਿਹੜੀ ਇਮੇਜ ਸੀ ਵੀ ਕੰਟਰੋਲ ਨਹੀਂ ਕਰ ਪਾਉਂਦੇ ਭਗਵੰਤ ਸਿੰਘ ਮਾਨ, ਵੀਕ CM ਕਹਿ ਲਓ ਜਾਂ ਕਹਿ ਲਓ ਵੀ ਉਹਨਾਂ ਦੇ ਹੱਥ ਬਸ ਹੈ ਨਹੀਂਗਾ, ਉਸ ਇਮੇਜ ਥੋੜੀ ਜੀ ਤਬਦੀਲੀ ਆਊਗੀ ਇਸ ਫੈਸਲੇ ਤੋਂ ਬਾਅਦ, ਜਿਸ ਤਰ੍ਹਾਂ ਉਹਨਾਂ ਨੇ ਅਫਸਰਸ਼ਾਹੀ ਵਾਲਾ ਜਿਹੜਾ ਸਾਰਾ ਇਸ਼ੂ ਆ ਉਹਨਾਂ ਨਾਲ ਡੀਲ ਕੀਤਾ? ਦੇਖੋ ਸ਼ੁਭਕਰਮਨ, ਦੇਖੋ ਆਪਾਂ 3 ਦਿਨ ਤੋਂ ਆਪਾਂ ਲਗਾਤਾਰ ਇਸ ਵਿਸ਼ੇ ਦੇ ਉੱਤੇ ਜਿਵੇਂ ਵਿਵਾਦ ਅੱਗੇ ਵਧਿਆ ਹੈ ਆਪਾਂ ਹਰ ਅਪਡੇਟ ਆਪਣੇ ਦਰਸ਼ਕਾਂ ਨੂੰ ਦਿੱਤੀ ਹੈ। ਸੋ ਅੱਜ ਮੁੱਖ ਮੰਤਰੀ ਦੇ ਇੱਕ ਸਖਤ ਸਟੈਂਡ ਲੈਣ ਤੋਂ ਬਾਅਦ ਜੋ ਢਿੱਲੇ ਪਏ ਨੇ ਅਫਸਰ, ਮੈਂ ਕਹਿੰਦਾ ਵੀ ਸਿੱਧੇ ਹੋ ਗਏ ਨੇ ਸਾਰੇ ਦੇ ਸਾਰੇ ਅਫਸਰ, PCS ਅਫਸਰ ਹੋਣ, ਉਹਨਾਂ ਦੀ ਜਥੇਬੰਦੀ ਹੋਵੇ, ਈਵਨ IAS ਅਫਸਰਾਂ ਦੇ ਵਿੱਚ ਜਿਹੜਾ ਸੁਨੇਹਾ ਬਹੁਤ ਸਖਤ ਭੇਜਣ ਦੇ ਵਿੱਚ ਮੁੱਖ ਮੰਤਰੀ ਕਾਮਯਾਬ ਹੋਏ ਨੇ। ਹਾਲਾਂਕਿ ਇਸ ਤੋਂ ਪਹਿਲਾਂ ਵੀ ਆਪਾਂ ਜ਼ਿਕਰ ਕੀਤਾ ਸੀ ਵੀ ਇੰਜ ਲੱਗ ਰਿਹਾ ਸੀ ਮੁੱਖ ਮੰਤਰੀ ਕਿਤੇ ਢਿੱਲੇ ਨਾ ਪੈ ਜਾਣ, ਅਫਸਰਸ਼ਾਹੀ ਦੇ ਦਬਾਅ ਜਾਂ ਉਸ ਪ੍ਰੈਸ਼ਰ ਦੇ ਹੇਠ ਚੰਗੇ ਮੁੱਖ ਮੰਤਰੀ ਨੂੰ ਆਪਾਂ ਦੱਬਦੇ ਹੋਏ ਵੇਖਿਆ ਹੈ। ਲੇਕਿਨ ਭਗਵੰਤ ਮਾਨ ਨੇ ਇੱਕ ਜਿਹੜਾ ਫਾਈਨਲ ਜਿਹੜਾ ਮੈਸੇਜ ਦਿੱਤਾ, ਜਿਹੜੀ ਚਿੱਠੀ ਉਹਨਾਂ ਨੇ ਇੱਕ ਆਫਿਸ ਨੋਟ ਕੱਢਿਆ, ਉਸ ਦੇ ਵਿੱਚ ਬੜੀ ਸਖਤੀ ਦੇ ਨਾਲ ਲਿਖਿਆ ਗਿਆ ਸੀ। ਤੇ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਸ਼ਬਦਾਵਲੀ ਦਾ ਆਪਾਂ ਪ੍ਰਯੋਗ ਇਸ ਪ੍ਰੋਗਰਾਮ ਦੇ ਵਿੱਚ ਪਹਿਲਾਂ ਵੀ ਕਰਦੇ ਰਹੇ ਹਾਂ ਕਿ ਇੱਕ ਗਲ 'ਚ ਗੂਠਾ ਦੇਣ ਵਾਲੀ ਗੱਲ ਹੈ, ਆਰਮ ਟਵਿਸਟਿੰਗ ਹੈ। ਸੋ ਮੁੱਖ ਮੰਤਰੀ ਨੇ ਆਪਣੀ ਚਿੱਠੀ ਦੇ ਉਸ ਨੋਟਿੰਗ ਦੇ ਵਿੱਚ ਲਿਖਿਆ ਕਿ ਇਟ ਟੈਂਟਮਾਊਂਟਸ ਟੂ ਆਰਮ ਟਵਿਸਟਿੰਗ। ਸੋ ਇਹ ਚੀਜ਼ ਨੂੰ ਖੁਦ ਜੇ ਚੀਫ ਮਿਨਿਸਟਰ ਨੇ ਮਹਿਸੂਸ ਕੀਤਾ ਹੈ ਕਿ ਉਸ ਨੂੰ ਬਾਹ ਮਰੋੜ ਕੇ ਉਸ ਤੋਂ ਕੰਮ ਲੈਣ ਦੀਆਂ ਜਾਂ ਆਪਣੇ ਜਿਹੜੇ ਮੰਗਾਂ ਨੂੰ ਮਨਵਾਉਣ ਦੀਆਂ ਕੋਸ਼ਿਸ਼ਾਂ ਅਫਸਰਾਂ ਵੱਲੋਂ ਕੀਤੀਆਂ ਗਈਆਂ ਨੇ, ਤੇ ਗੱਲ ਸੀਰੀਅਸ ਵੀ ਸੀ। ਤੇ ਇਸ ਦਾ ਮੈਸੇਜ ਸੁਨੇਹਾ ਗਿਆ ਤੇ ਜਿਵੇਂ ਡੈਡਲਾਈਨ ਸੀ ਵੀ 2 ਵਜੇ ਤੋਂ ਪਹਿਲਾਂ ਜੇ ਅਫਸਰ ਆਪਣੀਆਂ ਡਿਊਟੀਆਂ ਤੇ ਨਹੀਂ ਬੈਠਦੇ, ਜੁਆਇਨ ਨਹੀਂ ਕਰਦੇ, ਤਾਂ ਉਹਨਾਂ ਨੂੰ ਸਸਪੈਂਡ ਕੀਤਾ ਜਾਏਗਾ। ਸੋ ਬਾਅਦ ਦੇ ਵਿੱਚ ਚੀਫ ਸਕੱਤਰ ਨੇ ਵੀ ਉਹੀ ਜਿਹੜੀ ਉਸ ਬੇਸ ਉੱਤੇ ਸਾਰੇ ਅਫਸਰਾਂ ਨੂੰ ਅਗਾਹ ਵੀ ਕੀਤਾ ਤੇ ਉਹਨਾਂ ਨੇ ਆਪਣੇ ਵੱਲੋਂ ਵੀ ਇੱਕ ਜਿਹੜਾ ਨੋਟਿਸ ਸੀ ਉਹ ਭੇਜਿਆ ਤੇ ਸਾਰੇ ਅਫਸਰਾਂ ਨੇ 2 ਵਜੇ ਤੋਂ ਪਹਿਲਾਂ ਆਪਣੀਆਂ ਡਿਊਟੀਆਂ ਜੁਆਇਨ ਕਰ ਲਈਆਂ। ਜਿਹੜੀਆਂ ਮੁਲਾਜ਼ਮ ਜਥੇਬੰਦੀਆਂ ਸਨ ਜੋ ਕਿ ਇਹਨਾਂ ਅਫਸਰਾਂ ਦੇ ਕਹੇ ਤੇ ਇਹਨਾਂ ਅਫਸਰਾਂ ਦੇ ਆਖੇ ਮਗਰ ਲੱਗ ਕੇ ਇਹਨਾਂ ਦੇ ਨਾਲ ਲਾਮਬੰਦ ਹੋ ਰਹੀਆਂ ਸੀ, ਜਾਂ ਜਿਨ੍ਹਾਂ ਨੇ ਵੀ ਆਪਣੇ ਕੰਮ ਠੱਪ ਕਰਤੇ ਸੀ, ਸਟ੍ਰਾਈਕਾਂ ਕਰਤੀਆਂ ਸਨ, ਕਿਉਂਕਿ ਇਹ ਤਾਂ ਅਫਸਰ ਕਹਿ ਰਹੇ ਸੀ ਅਸੀਂ ਮਾਸ ਕੈਜੂਅਲ ਲੀਵ ਤੇ ਗਏ ਹਾਂ। ਲੇਕਿਨ ਹੋਰ ਜਿਹੜੀ ਮੁਲਾਜ਼ਮ ਜਥੇਬੰਦੀਆਂ ਜੋ ਕਿ ਅਫਸਰਾਂ ਦੇ ਨਾਲ ਕੁਝ ਅਟੈਚ ਰਹੀਆਂ ਹੁੰਦੀਆਂ ਨੇ, ਉਹਨਾਂ ਦੇ ਖਾਸ ਲੋਕ ਹੁੰਦੇ ਨੇ, ਉਹਨਾਂ ਦੀ ਸਟ੍ਰਾਈਕਾਂ ਜਿਹੜੀਆਂ ਸੀ ਉਹ ਵੀ ਨਾਲ ਦੇ ਨਾਲ ਵਿਡਰਾਅ ਕਰਨੀਆਂ ਪਈਆਂ। ਸੋ ਲੈ ਦੇ ਕੇ ਆਪਾਂ ਇਹ ਕਹੀਏ ਕਿ ਡਿਸਪਾਈਟ ਦ ਫੈਕਟ, ਮੈਂ ਇੱਕ ਪ੍ਰੈਸ ਨੋਟ ਪੜ੍ਹ ਰਿਹਾ ਸੀ, ਆਪਾਂ ਕੱਲ ਵੀ ਜ਼ਿਕਰ ਕੀਤਾ ਸੀ ਪ੍ਰਤਾਪ ਸਿੰਘ ਬਾਜਵਾ ਦਾ, ਤੇ ਹੁਣ ਉਹਨਾਂ ਦੀ ਵੀ ਜਿਹੜੀ ਟੋਨ ਹੈ ਦੇਖੋ ਕਿਵੇਂ ਬਦਲਦੀ ਹੈ। ਪੋਲੀਟੀਕਲ ਲੀਡਰਾਂ ਦੀ ਟੋਨ ਆਪਣੀ ਚਿੱਠੀ ਦੇ ਵਿੱਚੋਂ ਲਿਖ ਰਹੇ ਨੇ ਵੀ ਅਫਸਰ ਗਲਤ ਕਰ ਰਹੇ ਨੇ, ਜਦੋਂ ਕਿ ਇੱਕ ਦਿਨ ਪਹਿਲਾਂ ਤਾਂ ਕੋਈ ਇਸ਼ਾਰਾ ਕਰਦੇ ਹੋਏ ਨਜ਼ਰ ਆ ਰਹੇ ਸੀ ਕਿ ਸ਼ਾਇਦ ਸਰਕਾਰ ਤੋਂ ਇਹ ਸਿਚੁਏਸ਼ਨ ਜਾਂ ਮੁੱਖ ਮੰਤਰੀ ਤੋਂ ਇਹ ਸਿਚੁਏਸ਼ਨ ਹੈਂਡਲ ਨਹੀਂ ਹੋ ਰਹੀ। ਉਹ ਗਵਰਨਰ ਨੂੰ ਕਹਿ ਰਹੇ ਵੀ ਪੰਜਾਬ ਸੂਬਾ ਹੈਂਡਲ ਨਹੀਂ ਕਰ ਪਾ ਰਹੇ ਭਗਵੰਤ ਮਾਨ। ਸੋ ਇੱਕ ਜੇ ਮਜ਼ਬੂਤ ਫੈਸਲਾ ਕੋਈ ਮੁੱਖ ਮੰਤਰੀ ਲੈਂਦਾ ਹੈ, ਲੀਡਰ ਲੈਂਦਾ ਹੈ, ਤਾਂ ਉਸਦਾ ਸਤਹ ਦੇ ਉੱਤੇ, ਜ਼ਮੀਨ ਦੇ ਉੱਤੇ ਅਸਰ ਦਿਸਦਾ ਹੈ। ਤੇ ਅੱਜ ਇਹ ਚੀਜ਼ ਸਾਬਤ ਤੇ ਸਥਾਪਿਤ ਹੁੰਦੀ ਨਜ਼ਰ ਆਈ ਹੈ। ਇਸ ਦੇ ਨਾਲ ਇਸ ਕੇਸ ਦੀਆਂ ਹੋਰ ਵੀ ਬਹੁਤ ਨਿਟੀ ਗ੍ਰਿਟੀਜ਼ ਹੋ ਸਕਦੀਆਂ ਨੇ, ਕਿਉਂਕਿ ਜਿਹੜੀ ਰਿਪੋਰਟ ਮੁੱਖ ਮੰਤਰੀ ਨੇ ਮੰਗੀ ਸੀ, ਵਿਜੀਲੈਂਸ ਬਿਊਰੋ ਨੇ ਇਸ ਚੀਜ਼ ਦਾ ਕਾਫੀ ਅੰਦਾਜ਼ਾ ਦਿੱਤਾ ਹੈ ਮੁੱਖ ਮੰਤਰੀ ਨੂੰ ਕਿ ਇਹ ਜਿਹੜੇ ਕੇਸ ਰਜਿਸਟਰ ਕੀਤੇ ਗਏ ਨੇ, ਖਾਸ ਕਰਕੇ ਸੀਨੀਅਰ ਅਫਸਰ IAS ਅਧਿਕਾਰੀ ਜਿਹੜੀ ਨੀਲਿਮਾ ਹੈ, ਇਹ ਕੋਈ ਪਹਿਲਾ ਮੁਕੱਦਮਾ ਨਹੀਂ ਹੈ। ਇਸ ਤੋਂ ਪਹਿਲਾਂ ਵੀ IAS ਅਫਸਰਾਂ ਦੀ ਧਰਪਕੜ ਹੋਈ ਹੈ, ਗ੍ਰਿਫਤਾਰੀ ਵੀ ਹੋਈ ਹੈ। ਇਸੇ ਸਰਕਾਰ ਦੇ ਕਾਰਜਕਾਲ ਦੌਰਾਨ IAS ਪੋਪਲੀ ਨੂੰ ਫੜਿਆ ਗਿਆ। ਸੋ ਉਹਨਾਂ ਵਕਤਾਂ ਦੇ ਵਿੱਚ ਜਿਹੜੀ ਕਾਰਵਾਈ ਕੀਤੀ ਗਈ, ਉਹਨਾਂ ਤੇ ਉਂਗਲਾਂ ਕਿਉਂ ਨਹੀਂ ਉੱਠੀਆਂ? ਸੋ ਇਹ ਸਾਰੀ ਚੀਜ਼ਾਂ ਦਾ ਬੇਸ ਵਿਜੀਲੈਂਸ ਬਿਊਰੋ ਨੇ ਵੀ ਆਪਣੇ ਵੱਲੋਂ ਬਣਾਇਆ ਹੈ ਤੇ ਉਹਦੇ ਵਿੱਚ ਕੁਝ ਵਜ਼ਨ ਵੀ ਹੋਏਗਾ। ਇਹੀ ਕਾਰਨ ਹੈ ਕਿ ਅਫਸਰਾਂ ਨੂੰ ਬੈਕਫੁੱਟ ਤੇ ਆਉਣਾ ਪਿਆ ਤੇ ਆਪਣੀ ਜਿਹੜੀ ਜ਼ਿੱਦ ਸੀ, ਜਿਸ ਨੂੰ ਲੈ ਕੇ ਲੱਗ ਰਿਹਾ ਸੀ ਵੀ ਹੁਣ ਤਾਂ ਪੰਜਾਬ ਦੇ ਵਿੱਚ ਅਫਸਰਸ਼ਾਹੀ ਹੀ ਸਰਕਾਰ ਦੇ ਖਿਲਾਫ ਖੜੀ ਹੋ ਗਈ ਹੈ, ਉਸ ਜ਼ਿੱਦ ਤੋਂ ਪਿੱਛੇ ਹਟ ਚੁੱਕੇ ਨੇ ਤੇ ਆਪਾਂ ਕਹਿ ਸਕਦੇ ਹਾਂ ਵੀ ਜਿੱਤ ਸਿੱਧੇ ਤਰੀਕੇ ਦੇ ਨਾਲ ਮੁੱਖ ਮੰਤਰੀ ਦੀ ਹੋਈ ਹੈ ਜੀ। ਤੇ ਜੀ ਇਸ ਤੋਂ ਬਾਅਦ ਇਹ ਐਪੀਸੋਡ ਹੋ ਗਿਆ, ਸਾਰੇ ਕੰਮਕਾਰ ਦੇ ਵਾਪਸ ਆਏ। ਮੈਨੂੰ ਲੱਗਦਾ ਵੀ ਬਿਟਵੀਨ ਦ ਲਾਈਨਸ ਕੋਈ ਸ਼ਰਤਾਂ ਵੀ ਰੱਖੀਆਂ ਗਈਆਂ ਹੋਣਗੀਆਂ, ਕੁਝ ਮੰਗਾਂ ਮੰਨੀਆਂ ਗਈਆਂ ਹੋਣਗੀਆਂ, ਕੁਝ ਭਰੋਸਾ ਜਤਾਇਆ ਗਿਆ ਹੋਊਗਾ ਵੀ
ਕੋਈ ਵੀ ਇਨਜਸਟਿਸ ਨਹੀਂ ਹੋਊਗਾ। ਜੇ ਕੋਈ ਇਨਵੋਲਵਡ ਹੈ ਤਾਂ ਹੀ ਨਾਮ ਆ ਰਿਹਾ ਹੈਗਾ, ਜਾਂ ਉਹਦੇ ਤਾਂ ਹੀ ਜਾਂਚ ਕੀਤੀ ਜਾ ਰਹੀ ਹੈਗੀ ਹੈ। ਇਹ ਤਾਂ ਭਰੋਸਾ ਮੁੱਖ ਮੰਤਰੀ ਨੇ ਦਵਾਇਆ ਹੈ, ਕਿਉਂਕਿ ਇਹ ਤਾਂ ਦਵਾਉਣਾ ਜ਼ਰੂਰੀ ਵੀ ਸੀ। ਮੁੱਖ ਮੰਤਰੀ ਹੋਰ ਕਹਿ ਵੀ ਕੀ ਸਕਦੇ ਸੀ, ਉਹਨਾਂ ਨੂੰ ਕਹਿਣਾ ਕਿਸੇ ਵੀ ਚੰਗੀ ਸਰਕਾਰ ਦਾ ਜਾਂ ਉਹਦੇ ਲੀਡਰ ਦਾ ਇਹੀ ਕੰਮ ਹੈ ਵੀ ਕਿਸੇ ਨਾਲ ਧੱਕਾ ਨਾ ਹੋਵੇ। ਜੇ ਕਿਸੇ ਅਫਸਰ ਦੇ ਨਾਲ ਵਧੀਕੀ ਹੋਈ ਹੈ, ਉਹ ਵੀ ਨਹੀਂ ਹੋਣੀ ਚਾਹੀਦੀ। ਸੋ ਇਸ ਕੇਸ ਦੇ ਵਿੱਚ ਮੁੱਖ ਮੰਤਰੀ ਨੇ ਇੱਕ ਪਾਸੇ ਜਿੱਥੇ ਇਹ ਕਿਹਾ ਕਿ ਤੁਸੀਂ ਆਪਣੇ ਕੰਮ ਤੇ ਵਾਪਸ ਪਰਤੋ, ਇਸ ਤਰੀਕੇ ਦੇ ਜਿਹੜੇ ਆਰਮ ਟਵਿਸਟਿੰਗ ਟੈਕਟਿਕਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ, ਦੂਸਰੇ ਪਾਸੇ ਉਹਨਾਂ ਨੇ ਇਹ ਵੀ ਕਿਹਾ ਵੀ ਅਸੀਂ ਕਿਸੇ ਅਫਸਰ ਨਾਲ ਨਾਇਨਸਾਫੀ ਵੀ ਨਹੀਂ ਹੋਣ ਦਾਂਗੇ। ਜਿਸ ਦਾ ਭਾਵ ਇਹ ਹੈਗਾ ਕਿ ਜੇ ਵਿਜੀਲੈਂਸ ਬਿਊਰੋ ਦੀ ਕਾਰਵਾਈ 'ਚ ਕੋਈ ਵਧੀਕੀ ਹੈ, ਕੋਈ ਜ਼ਿਆਦਾ ਉਹਨਾਂ ਨੇ ਧੱਕਾ ਕੀਤਾ ਹੈ ਕਿਸੇ ਦੇ ਨਾਲ, ਜਾਂ ਕੋਈ ਰੂਲਸ ਤੋਂ ਬਾਹਰ ਜਾ ਕੇ ਗੱਲਬਾਤ ਕੀਤੀ ਹੈ, ਉਸ ਨੂੰ ਵੇਖਿਆ ਜਾਏਗਾ। ਇਸ ਬਾਰੇ ਪਹਿਲਾਂ ਸਪਸ਼ਟੀਕਰਨ ਮੰਗ ਚੁੱਕੇ ਨੇ, ਲੇਕਿਨ ਜਿਹੜੀਆਂ 4 ਮੰਗਾਂ ਆਪਣੇ ਲੈਟਰ ਹੈਡ ਦੇ ਉੱਤੇ ਲਿਖ ਕੇ ਆਪਣੇ ਮੰਗ ਪੱਤਰ ਦੇ ਵਿੱਚ ਪੀਸੀਐਸ ਅਫਸਰ ਲੈ ਕੇ ਆਏ, ਲਿਖ ਕੇ ਦੇ ਕੇ ਆਏ ਸਨ ਮੁੱਖ ਮੰਤਰੀ ਨੂੰ, ਉਹ ਬਿਲਕੁਲ ਗੈਰ ਵਾਜਬ ਮੰਗਾਂ ਸਨ। ਉਹਨਾਂ ਚੋਂ ਬਹੁਤ ਸੀਆਂ ਮੰਗਾਂ ਗੈਰ ਵਾਜਬ ਸਨ। ਮਿਸਾਲ ਦੇ ਤੌਰ ਤੇ ਉਹਨਾਂ ਨੇ ਪਰਚਿਆਂ ਨੂੰ ਰੱਦ ਕਰਨ ਦੀ, ਜੇਲ੍ਹ ਦੇ ਵਿੱਚੋਂ ਗ੍ਰਿਫਤਾਰ ਜਿਹੜੇ ਅਫਸਰ ਨੂੰ ਕੱਢਣ ਦੀ ਗੱਲ ਕਹੀ ਸੀ, ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਦੇ ਖਿਲਾਫ ਉਲਟੇ ਕਾਊਂਟਰ ਪਰਚੇ ਦਰਜ ਕਰਾਉਣ ਦੀ ਗੱਲ ਕਹੀ ਸੀ, ਐਸਓਪੀਜ਼ ਨੂੰ ਤੈਅ ਕਰਨ ਦੀ ਗੱਲ ਕਹੀ ਸੀ। ਲੇਕਿਨ ਐਸਓਪੀਜ਼ ਤਾਂ ਪਹਿਲਾਂ ਹੀ ਡਿਸਾਈਡਡ ਹੈਗੇ ਨੇ, ਉਹਦੇ 'ਚ ਕੋਈ ਰੌਕਟ ਸਾਇੰਸ ਹੈ ਹੀ ਨਹੀਂ ਸੀ। ਸੋ ਇਹ ਜਿਹੜੀਆਂ ਮੰਗਾਂ ਸੀ, ਇਹ ਨਜਾਇਜ਼ ਮੰਗਾਂ ਕੁਝ ਹੱਦ ਤੱਕ ਜਾਪ ਰਹੀਆਂ ਸੀ, ਕਿਉਂਕਿ ਸਰਕਾਰ ਦਾ ਇੱਕ ਕੰਮ ਕਰਨ ਦਾ ਜਿਹੜਾ ਰੂਲਸ ਆਫ ਬਿਜ਼ਨਸ ਹੁੰਦੇ ਨੇ ਇਸ ਤਰੀਕੇ ਦੇ। ਹਾਲਾਂਕਿ ਇਸ ਸੈਕਸ਼ਨ 17 ਇਹਦੀ ਵਜ੍ਹਾ ਨਾਲ ਇੱਕ ਕਨਫਿਊਜ਼ਨ ਜ਼ਰੂਰ ਹਮੇਸ਼ਾ ਰਹਿੰਦੀ ਹੈ ਵੀ ਕਿਸੇ ਅਫਸਰ ਦੇ ਖਿਲਾਫ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੇ ਤਹਿਤ ਕਾਰਵਾਈ ਬਿਨਾਂ ਇਜਾਜ਼ਤ ਤੋਂ ਜਾਂ ਇਜਾਜ਼ਤ ਦੇ ਨਾਲ ਕੀਤੀ ਜਾਣੀ ਹੈ ਜਾਂ ਨਹੀਂ ਜਾਣੀ ਹੈ। ਲੇਕਿਨ ਇੱਥੇ ਰੂਲ ਬੜਾ ਕਲੀਅਰ ਹੈ ਕਿ ਜੇ ਕੋਈ ਅਫਸਰ ਭ੍ਰਿਸ਼ਟਾਚਾਰ ਕਰ ਰਿਹਾ, ਰਿਸ਼ਵਤਖੋਰੀ ਕਰ ਰਿਹਾ, ਕੋਈ ਅਜਿਹੀ ਹਰਕਤ ਕਰਦਾ ਪਿਆ ਜੋ ਕਿ ਇਲੀਗਲ ਹੈ, ਪੇਟੈਂਟਲੀ ਇਲੀਗਲ ਹੈ, ਉਸ ਦੇ ਲਈ ਕੋਈ ਇਜਾਜ਼ਤ ਲੈਣ ਦੀ ਲੋੜ ਨਹੀਂ ਹੈ। ਤੁਸੀਂ ਜੇ ਕਿਸੇ ਅਫਸਰ ਨੂੰ ਰੰਗੇ ਹੱਥੀ ਕਾਬੂ ਕਰਨਾ ਰਿਸ਼ਵਤ ਲੈਂਦਿਆਂ ਹੋਇਆ, ਜਾਂ ਈਵਨ ਅਦਰਵਾਈਜ਼ ਉਸਦੇ ਖਿਲਾਫ ਕੋਈ ਅਜਿਹੇ ਕੰਮ ਕਰਦੇ ਦੀ ਜਾਣਕਾਰੀ ਤੁਹਾਡੇ ਕੋਲ ਹੈ ਜੋ ਕਿ ਅਵੈਧ ਹੈ, ਗੈਰ ਕਾਨੂੰਨੀ ਹੈ, ਗਲਤ ਹੈ, ਉਹਦੇ ਲਈ ਕੋਈ ਪਰਮਿਸ਼ਨ ਦੀ ਲੋੜ ਨਹੀਂ ਹੈ। ਇਹ ਬੜੀ ਕਲੈਰਿਟੀ ਦੇ ਨਾਲ ਕਾਨੂੰਨ ਸਪਸ਼ਟ ਹੋ ਚੁੱਕਾ ਹੈ ਦੇਸ਼ ਦਾ ਇਸ ਉੱਤੇ। ਲੇਕਿਨ ਇਸ ਦੇ ਬਾਵਜੂਦ ਵੀ ਅਫਸਰ ਇਸ ਘੁੰਡੀ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰ ਰਹੇ ਸੀ। ਸ਼ੁਰੂਆਤੀ ਫੇਜ਼ ਦੇ ਵਿੱਚ ਜਿਵੇਂ ਮੁੱਖ ਮੰਤਰੀ ਨੇ ਜਿਹੜੇ ਸੈਟਲਮੈਂਟ ਤਾਂ ਹੋਈ ਹੈ, ਉਹ ਸਾਰੇ ਅਫਸਰਸ਼ਾਹੀ ਵਾਪਸ ਵੀ ਆ ਗਈ ਹੈ। ਪੀਸੀਐਸ ਅਫਸਰ ਖਾਸ ਤੌਰ ਤੇ ਉਹਨੇ ਲੌਬੀ ਸਾਰੀ ਵਾਪਸ ਜੁਆਇਨ ਕਰ ਚੁੱਕੇ ਨੇ, ਪਰ ਕਿਤੇ ਨਾ ਕਿਤੇ ਟਸਲ ਜਾਂ ਕੋਲਡ ਵਾਰ ਹਜੇ ਵੀ ਚੱਲਦਾ ਰਹੂਗਾ ਕਿ ਇਹ ਹਜੇ ਵੀ ਆਨਗੋਇੰਗ? ਕਿ ਸਰਕਾਰ ਦੀ ਫੰਕਸ਼ਨਿੰਗ ਤੇ ਚਲੋ ਸ਼ੁਰੂ ਹੋ ਗਈ, ਐਡਮਿਨਿਸਟ੍ਰੇਟਿਵ ਪੱਧਰ ਤੇ ਸੀਐਮ ਨੇ ਬਹੁਤ ਸਟਰੋਂਗਲੀ ਅਸਰਟ ਵੀ ਕਰ ਦਿੱਤਾ, ਪਰ ਲੌਬੀ ਵਰਕ ਵੀ ਕਰਦੀ ਹੈਗੀ ਹੈ, ਉਹਨਾਂ ਦਾ ਆਪਦੀ ਇੱਕ ਸਟਰੈਂਥ ਹੈਗੀ ਹੈ ਤੇ ਇਨਫਲੂਐਂਸ਼ੀਅਲ ਬਹੁਤ ਨੇ। ਤਾਂ ਕੀ ਤੁਹਾਨੂੰ ਲੱਗਦਾ ਆਉਣ ਵਾਲੇ ਜਿਹੜਾ ਸਮਾਂ ਹੈ ਸਰਕਾਰ ਦਾ, ਉਹਦੇ 'ਚ ਟਸਲ ਚੱਲਦੀ ਰਹੂਗੀ? ਕਿਤੇ ਨਾ ਕਿਤੇ ਅਫਸਰਾਂ ਦੇ ਮਨਾਂ 'ਚ ਵੀ ਕੋਈ ਗੱਲ ਰਹਿ ਜਾਊਗੀ? ਬਿਲਕੁਲ ਤੁਸੀਂ ਠੀਕ ਕਿਹਾ, ਇਹ ਬਹੁਤ ਰੈਲੇਵੈਂਟ ਆਬਜ਼ਰਵੇਸ਼ਨ ਹੈ ਤੁਹਾਡੀ, ਕਿਉਂਕਿ ਇਹ ਜਿਹੜੀ ਟੀਸ ਹੈ ਰਹਿਣੀ ਹੈ, ਕਿਉਂਕਿ ਇਹ ਸੈਟਲਮੈਂਟ ਨਹੀਂ ਹੋਈ। ਮੈਂ ਤੁਹਾਨੂੰ ਫਿਰ ਦੱਸਦਾ ਕਿ ਮੁੱਖ ਮੰਤਰੀ ਨੇ ਜਿਹੜਾ ਕਹਿ ਸਕਦੇ ਵੀ ਡੰਡੇ ਦੇ ਜ਼ੋਰ ਦੇ ਉੱਤੇ ਅਫਸਰਾਂ ਨੂੰ ਵਾਪਸ ਬੁਲਾਇਆ ਹੈ। ਜੇ ਆਪਾਂ ਇਹ ਮੰਨ ਲਈਏ ਸੈਟਲਮੈਂਟ ਤਾਂ ਹੁੰਦੀ ਨਾ, ਅਫਸਰ ਤਾਂ ਇਸ ਚੀਜ਼ ਨੂੰ ਲੈ ਕੇ ਖੁਸ਼ ਹੈ ਹੀ ਨਹੀਂ। ਉਹਨਾਂ ਦੇ ਚਿਹਰੇ ਉਤਰੇ ਹੋਏ ਸੀ ਜਦੋਂ ਗੱਲਬਾਤ ਕਰ ਰਹੇ ਸੀ, ਤਾਂ ਜਦੋਂ ਮੁੱਖ ਮੰਤਰੀ ਨੇ ਅਲਟੀਮੇਟਮ ਦਿੱਤਾ ਵੀ 2 ਵਜੇ ਤੱਕ ਵਾਪਸ ਆ ਜਾਓ, ਨਹੀਂ ਤਾਂ ਸਸਪੈਂਡ ਕਰਾਂਗੇ, ਉਸ ਤੋਂ ਬਾਅਦ ਅਫਸਰਾਂ ਦੀ ਕਿਵੇਂ ਮੰਗ ਮੰਨ ਲਈ ਗਈ? ਸੋ ਮੰਗ ਤਾਂ ਮੰਨੀ ਨਹੀਂ ਗਈ। ਹਾਂ ਠੀਕ ਹੈ, ਭਰੋਸਾ ਦਿਵਾਉਣਾ ਕਿ ਜੀ ਵਧੀਕੀ ਕਿਸ ਨਾਲ ਨਹੀਂ ਹੋਏਗੀ, ਇਹ ਤਾਂ ਸਰਕਾਰ ਦਾ, ਮੁੱਖ ਮੰਤਰੀ ਦਾ ਕੰਮ ਹੈ। ਇਸ ਦੇ ਵਿੱਚ ਕੋਈ ਲੰਬਾ ਕੋਈ ਗਿਵ ਅਵੇ ਨਹੀਂ ਮੁੱਖ ਮੰਤਰੀ ਨੇ ਕਰਤਾ। ਉਹ ਜਿਹੜੀਆਂ 4 ਮੰਗਾਂ ਸੀ, ਉਹਨਾਂ ਵਿੱਚੋਂ ਕੋਈ ਮੰਗਾਂ ਹਾਲੇ ਤੱਕ ਨਹੀਂ ਮੰਨੀਆਂ ਗਈਆਂ। ਔਨ ਮੈਰਿਟ ਜੇ ਮੰਨੀਆਂ ਜਾਣਗੀਆਂ ਤਾਂ ਮੰਨੀਆਂ ਜਾਣਗੀਆਂ, ਪਰਚੇ ਜੇ ਵਾਪਸ ਹੋਣਗੇ, ਕੈਂਸਲ ਹੋਣਗੇ ਤਾਂ ਔਨ ਮੈਰਿਟ ਹੋਣਗੇ। ਜੇ ਵਿਜੀਲੈਂਸ ਬਿਊਰੋ ਦੇ ਅਫਸਰਾਂ ਦੇ ਖਿਲਾਫ ਕੋਈ ਕਾਊਂਟਰ ਕਾਰਵਾਈ ਹੋਏਗੀ, ਔਨ ਮੈਰਿਟ ਹੋਏਗੀ। ਤਾਂ ਸਭ ਕੁਝ ਔਨ ਮੈਰਿਟ ਹੋਏਗਾ। ਤੇ ਇਸ ਵਾਸਤੇ ਅਫਸਰਾਂ ਦੀ ਉਹ ਮੰਗਾਂ ਤਾਂ ਮੰਨੀਆਂ ਨਹੀਂ ਗਈਆਂ, ਜਿਸ ਨੂੰ ਲੈ ਕੇ ਕਹਿ ਰਹੇ ਸੀ ਅਸੀਂ 5 ਦਿਨਾਂ ਦੀ ਮਾਸ ਕੈਜੂਅਲ ਲੀਵ ਤੇ ਉੱਤੇ ਜਾਂਦੇ ਆ ਤੇ ਹੜਤਾਲਾਂ ਸ਼ੁਰੂ ਹੋ ਗਈਆਂ ਸੀ। ਲੇਕਿਨ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਅਫਸਰਸ਼ਾਹੀ ਦਾ ਇੱਕ ਮਜ਼ਬੂਤ ਕੰਮ ਕਰਨ ਦਾ ਤਰੀਕਾ ਤੇ ਇੱਕ ਆਪਸ ਦੇ ਵਿੱਚ ਜਿਹੜਾ ਭਾਈਚਾਰਾ ਹੁੰਦਾ, ਅੰਦਰ ਖਾਤੇ ਬੜਾ ਸਟਰੋਂਗ ਹੁੰਦਾ ਹੈ। ਯੂਨੀਅਨਬਾਜ਼ੀ ਦੀ ਸ਼ਕਲ ਦੇ ਵਿੱਚ, ਸੰਗਠਨਾਂ ਦੀ, ਜਥੇਬੰਦੀਆਂ ਦੀ ਸ਼ਕਲ ਦੇ ਵਿੱਚ ਇਹ ਲੋਕ ਇੰਨੇ ਸੰਗਠਿਤ ਨਜ਼ਰ ਨਹੀਂ ਆਉਂਦੇ, ਲੇਕਿਨ ਅੰਦਰੋਂ ਬਹੁਤ ਸੰਗਠਿਤ ਹੁੰਦੇ ਨੇ। ਤੇ ਉਹ ਚੀਜ਼ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਨੂੰ ਧਿਆਨ ਰੱਖਣ ਦੀ ਵੀ ਲੋੜ ਹੈ, ਇਵਨ ਸਾਰੀ ਸਰਕਾਰ ਨੂੰ ਦੇਖਣ ਦੀ ਤੇ ਵਾਚਣ ਦੀ ਲੋੜ ਹੈ। ਲੇਕਿਨ ਇੱਕ ਜਿਹੜੀ ਵੱਡੀ ਚੀਜ਼ ਮੁੱਖ ਮੰਤਰੀ ਜਿਹੜਾ ਸੁਨੇਹਾ ਦੇਣ ਵਿੱਚ ਕਾਮਯਾਬ ਇਹ ਹੋਏ ਨੇ ਕਿ ਵਾਕਈ ਸਰਕਾਰ ਜਿਹੜੀ ਹੈ ਉਹ ਆਮ ਆਦਮੀ ਦੇ ਨਾਲ ਜ਼ਿਆਦਾ ਹੈ। ਕਿਉਂਕਿ ਜੇ ਇਸ ਕੇਸ ਦੇ ਵਿੱਚ ਅਫਸਰਾਂ ਦੀ ਸੁਣ ਲਈ ਜਾਂਦੀ ਹੈ, ਅਫਸਰਾਂ ਦੇ ਅੱਗੇ ਗੋਡੇ ਟੇਕ ਦਿੰਦੀ ਸਰਕਾਰ, ਜਾਂ ਅਫਸਰਾਂ ਦੀ ਮੰਗ ਮੰਨ ਲਈ ਜਾਂਦੀ ਬਿਨਾਂ ਮੈਰਿਟ ਨੂੰ ਘੋਖਿਆ ਜਾਂ ਇਸ ਦਬਾਅ ਦੇ ਹੇਠ, ਕਿਉਂਕਿ ਠੀਕ ਹੈ ਮੰਗਾਂ ਨੂੰ ਤੁਸੀਂ ਅੱਜ ਤੋਂ 4 ਦਿਨ ਬਾਅਦ ਵੀ ਪੂਰੀ ਫੈਕਟਸ ਘੋਖਣ ਤੋਂ ਬਾਅਦ ਮੰਨ ਸਕਦੇ ਹੋ। ਜੇ ਵਿਜੀਲੈਂਸ ਨੇ ਕੁਝ ਨਜਾਇਜ਼ ਕੀਤਾ ਤਾਂ ਵਿਜੀਲੈਂਸ ਦੇ ਅਫਸਰਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਲੇਕਿਨ ਜੇ ਇਸ ਸਥਿਤੀ ਦੇ ਵਿੱਚ ਮੁੱਖ ਮੰਤਰੀ ਢਿੱਲੇ ਪੈ ਜਾਂਦੇ ਤਾਂ ਫਿਰ ਸਵਾਲ ਇਹ ਉੱਠਣਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਆਦਮੀ ਦੀ ਸਰਕਾਰ ਨਹੀਂ ਹੈ, ਬਲਕਿ ਇਹ ਤਾਂ ਅਫਸਰਸ਼ਾਹੀ ਦੇ ਉੱਤੇ ਨਿਰਭਰ ਉਵੇਂ ਦੀ ਹੀ ਸਰਕਾਰ ਹੈ ਜਿਵੇਂ ਪਹਿਲਾਂ ਦੀਆਂ ਸਿਆਸੀ ਪਾਰਟੀਆਂ ਦੀ ਸਰਕਾਰਾਂ ਬਣਦੀਆਂ ਆਈਆਂ ਨੇ। ਸੋ ਇਸ ਪੱਖੋਂ ਇੱਕ ਮੈਸੇਜ ਦੇਣਾ ਵੀ ਜ਼ਰੂਰੀ ਸੀ ਭਗਵੰਤ ਮਾਨ ਲਈ, ਤੇ ਉਹ ਦੇਣ ਵਿੱਚ, ਅਫਸਰਸ਼ਾਹੀ ਨੂੰ ਬੈਕਫੁੱਟ ਤੇ ਲਿਆਉਣ ਵਿੱਚ ਜਾਂ ਉਹਨਾਂ ਨੂੰ ਆਪਣੀ ਮੰਗਾਂ ਤੋਂ ਪਿੱਛੇ ਹੋਣ ਦੇ ਵਿੱਚ, ਕਰਨ ਦੇ ਵਿੱਚ ਕਾਮਯਾਬ ਰਹੇ ਨੇ। ਇਸ ਨੂੰ ਕੋਈ ਸੈਟਲਮੈਂਟ ਨਹੀਂ ਕਹਾਂਗੇ, ਅਫਸਰਸ਼ਾਹੀ ਦੀ ਟੀਸ ਬਰਕਰਾਰ ਰਹਿਣੀ ਹੈ। ਤੇ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਕੇਸਾਂ ਦੇ ਵਿੱਚ ਕੁਝ ਰਿਆਇਤ ਉਹਨਾਂ ਨੂੰ ਨਹੀਂ ਮਿਲਦੀ, ਰਿਆਇਤ ਮੈਰਿਟ ਦੇ ਉੱਤੇ ਮਿਲੇਗੀ, ਇਸ ਦੀ ਆਸ ਕੀਤੀ ਜਾਣੀ ਚਾਹੀਦੀ ਹੈ।
ਲੇਕਿਨ ਜੇ ਕੋਈ ਗਿਵ ਅਵੇ ਹੁੰਦਾ, ਕੋਈ ਕੰਪਰੋਮਾਈਜ਼ ਫਾਰਮੂਲਾ ਬਣ ਜਾਂਦਾ ਤਾਂ ਮੈਨੂੰ ਲੱਗਦਾ ਉਹ ਠੀਕ ਨਹੀਂ ਹੋਏਗਾ, ਉਹ ਫਿਰ ਸਰਕਾਰ ਦੀ ਕਮਜ਼ੋਰੀ ਨੂੰ ਹੀ ਦਰਸਾਏਗਾ ਜੇ ਅਜਿਹੀ ਕੋਈ ਸਥਿਤੀ ਭਵਿੱਖ ਵਿੱਚ ਹੁੰਦੀ ਹੈ। ਲੇਕਿਨ ਅਫਸਰਾਂ ਦੇ ਮਨਾਂ ਦੇ ਵਿੱਚ ਇਹ ਮੈਸੇਜ ਦੇਣਾ ਜ਼ਰੂਰੀ ਵੀ ਸੀ, ਲੇਕਿਨ ਉਹ ਹੁਣ ਇਸ ਨੂੰ ਕਿਵੇਂ ਲੈਂਦੇ ਨੇ, ਪੋਜ਼ਿਟਿਵਲੀ ਲੈਂਦੇ ਨੇ, ਨੈਗੇਟਿਵ ਨਹੀਂ ਲੈਂਦੇ ਨੇ, ਇਹ ਵੇਖਣ ਵਾਲੀ ਗੱਲ ਹੋਏਗੀ। ਤੇ ਸਰਕਾਰ ਨੂੰ ਜਾਂ ਭਗਵੰਤ ਸਿੰਘ ਮਾਨ ਨੂੰ ਕੋਈ ਤਬਦੀਲੀ ਵੀ ਲਿਆਉਣੀ ਚਾਹੀਦੀ ਹੈ ਆਪਣੇ ਵੇ ਆਫ, ਜਿਵੇਂ ਅਫਸਰਸ਼ਾਹੀ ਨਾਲ ਡੀਲ ਕਰਨਾ ਹੈਗਾ। ਠੀਕ ਹੈ, ਤੁਸੀਂ ਡੰਡੇ ਦੇ ਸਿਰ ਤੇ ਕੰਮ ਕਰਵਾ ਰਹੇ ਹੋ, ਫੜ ਕੇ ਬੰਦੇ ਵੀ ਅੰਦਰ ਦੇ ਰਹੇ ਹੋ, ਤੁਸੀਂ ਇੱਕ ਪੋਜ਼ਿਟਿਵ ਮੈਸੇਜ ਦੇ ਰਹੇ ਹੋ, ਬਟ ਕੀ ਤੁਹਾਨੂੰ ਜਿਹੜੇ ਬੰਦੇ ਅਫਸਰ ਵਧੀਆ ਕੰਮ ਕਰ ਰਹੇ ਹੋ ਸ਼ਾਬਾਸ਼ੀ ਵੀ ਦੇਣੀ ਚਾਹੀਦੀ ਹੈ ਨਾਲ ਦੀ ਨਾਲ, ਤਾਂ ਕਿ ਵੀ ਇਹ ਨਾ ਲੱਗੇ ਵੀ ਇਕੱਲਾ ਅਸੀਂ ਡੰਡਾ ਹੀ ਰੱਖਿਆ ਹੋਇਆ? ਸ਼ਾਬਾਸ਼ੀ ਤਾਂ ਜਦੋਂ ਦਿੰਦੇ ਰਹਿੰਦੇ ਨੇ, ਅਫਸਰਾਂ ਦੀ ਹੌਸਲਾ ਅਫਜ਼ਾਈ ਹੁੰਦੀ ਰਹਿੰਦੀ ਹੈ। ਐਸਾ ਕੋਈ ਮੈਨੂੰ ਨਹੀਂ ਲੱਗਦਾ ਵੀ ਐਸੇ ਕੋਈ ਮਾੜੇ ਰਿਲੇਸ਼ਨ ਹੋਣਗੇ ਮੁੱਖ ਮੰਤਰੀ ਦੇ ਅਫਸਰਾਂ ਦੇ ਨਾਲ। ਇਹ ਤਾਂ ਇਹ ਵੀ ਹੁਣ ਵਿਜੀਲੈਂਸ ਬਿਊਰੋ ਦੀ ਕਾਰਵਾਈ ਤੋਂ ਅਫਸਰ ਔਖੇ ਨੇ, ਮੁੱਖ ਮੰਤਰੀ ਤੋਂ ਤਾਂ ਕੋਈ ਐਸ ਪਰ ਸੇ ਸਰਕਾਰ ਤੋਂ ਤਾਂ ਕੋਈ ਵੀ ਔਖਾ ਨਹੀਂ ਹੈ। ਤੁਸੀਂ ਕੱਲ ਦੀ ਆਪਣੀ ਚਰਚਾ ਦੇ ਵਿੱਚ ਗੱਲ ਕੀਤੀ ਸੀ ਵੀ ਜਿਹੜੀ ਦਿੱਲੀ ਤੋਂ ਇੰਟਰਫੇਰੈਂਸ ਹੋ ਰਹੀ ਹੈ ਜਾਂ ਉੱਥੋਂ ਦੇ ਕੁਝ ਅਜਿਹੇ ਲੋਕਾਂ ਨੂੰ, ਟੈਕਨੋਕਰੈਟਸ ਨੂੰ ਬਿਠਾਤਾ ਜਾਂਦਾ ਹੈ, ਕੁਝ IITians ਨੂੰ ਬਿਠਾਇਆ ਗਿਆ ਸਰਕਾਰ ਦੀ ਕਾਰਗੁਜ਼ਾਰੀ ਉੱਤੇ ਨਜ਼ਰਸਾਨੀ ਕਰਨ ਲਈ। ਸੋ ਉਹ ਗੱਲਾਂ ਬਾਤਾਂ ਉੱਤੇ ਕਦੇ ਕਿਸੇ ਬਿਊਰੋਕਰੇਟ ਨੇ ਤਾਂ ਇਤਰਾਜ਼ ਅੱਜ ਤੱਕ ਕੀਤਾ ਹੀ ਨਹੀਂ। ਹਾਂ, ਸਾਡੇ ਤੁਹਾਡੇ ਵਰਗੇ ਕ੍ਰਿਟਿਕ ਤੇ ਮੀਡੀਆ ਦੇ ਪੱਤਰਕਾਰ ਤਾਂ ਜ਼ਰੂਰ ਸਵਾਲ ਚੁੱਕ ਦਿੰਦੇ ਨੇ, ਲੇਕਿਨ ਅਫਸਰਸ਼ਾਹੀ ਜਿਸ ਨੂੰ ਇਤਰਾਜ਼ ਹੋਣੇ ਚਾਹੀਦੇ ਨੇ, ਜਿਸ ਨੂੰ ਆਪਣੇ ਕੰਮਕਾਜ ਦੀ ਪ੍ਰਣਾਲੀ ਦੇ ਵਿੱਚ ਇੱਕ ਇੰਟਰਫੇਰੈਂਸ ਦਿਸਣੀ ਚਾਹੀਦੀ ਹੈ, ਉਸ ਨੂੰ ਕੋਈ ਇਤਰਾਜ਼ ਨਹੀਂ ਹੈ। ਸੋ ਮੈਂ ਕਿਹਾ ਵੀ ਅਫਸਰਾਂ ਨੂੰ ਇਸ ਤਰੀਕੇ ਦੀ ਗੱਲਾਂ ਬਾਤਾਂ ਦੇ ਨਾਲ ਕਦੇ ਕੋਈ ਇਤਰਾਜ਼ ਨਹੀਂ ਹੁੰਦਾ, ਕਿਉਂਕਿ ਆਪਣਾ ਦਾਲ ਫੁਲਕਾ ਚੱਲੀ ਜਾਵੇ ਤੇ ਆਪਣਾ ਸਿਸਟਮ ਚੱਲੀ ਜਾਵੇ। ਮੇਨ ਤਾਂ ਗੱਲ ਹੈ ਵੀ ਸਟੇਟਸ ਕੋ ਮੇਨਟੇਨ ਰਹੇ। ਲੇਕਿਨ ਤੁਸੀਂ ਜਿੱਥੇ ਤੱਕ ਗੱਲ ਕੀਤੀ ਵੀ ਅਫਸਰ ਅਫਸਰਾਂ ਦੇ ਨਾਲ ਸੰਬੰਧ, ਹੁਣ ਸੰਬੰਧ ਤਾਂ ਠੀਕ ਨੇ ਐਜ਼ ਆਫ ਨਾਓ, ਇਹਦੇ ਨਾਲ ਥੋੜੀ ਜਿਹੀ ਦਰਾਰ ਜ਼ਰੂਰ ਪਈ ਹੈ ਤੇ ਹੋਪਫੁਲੀ ਇਹ ਚੀਜ਼ ਪੰਜਾਬ ਦੀ ਸਰਕਾਰ ਦੀ ਫੰਕਸ਼ਨਿੰਗ ਉੱਤੇ ਇਸ ਦਾ ਕੋਈ ਨੈਗੇਟਿਵ ਅਸਰ ਨਾ ਪਵੇ। ਆਪਾਂ ਇਸ ਚੀਜ਼ ਦੀ ਆਸ ਕਰਨੀ ਚਾਹੀਦੀ ਹੈ। ਹਾਲਾਂਕਿ ਮੈਂ ਇਸ ਚੀਜ਼ ਦੀ ਬਾਰੇ ਕੋਈ ਪੱਕੇ ਤੌਰ ਤੇ ਨਹੀਂ ਕਿਹਾ ਜਾ ਸਕਦਾ ਕਿ ਅਸਰ ਨਹੀਂ ਪਏਗਾ, ਕਿਉਂਕਿ ਮਨਾਂ ਦੇ ਵਿੱਚ ਗੱਲਬਾਤ ਰਹਿ ਜਾਂਦੀ ਹੈ। ਲੇਕਿਨ ਤੁਸੀਂ ਦੇਖੋਗੇ ਵੀ ਇਸ ਵਕਤ CBI ਦਾ ਇੱਕ ਬੜਾ ਵੱਡਾ ਛਾਪੇਮਾਰੀ ਪੰਜਾਬ ਦੇ ਵਿੱਚ ਹੋਈ ਹੈ ਹੁਣ ਤੋਂ ਕੁਝ ਘੰਟੇ ਪਹਿਲਾਂ, ਤੇ ਇੱਕ FCA ਦਾ ਇੱਕ ਬਹੁਤ ਹੀ ਸੀਨੀਅਰ ਲੈਵਲ ਦਾ ਅਫਸਰ ਲੱਖਾਂ ਰੁਪਇਆਂ ਦੇ ਨਾਲ ਉਹਦੇ ਕੋਲੋਂ ਰਿਕਵਰੀ ਹੋਈ ਹੈ। ਸੋ ਤੁਸੀਂ ਦੇਖੋ ਵੀ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਪੰਜਾਬ ਦੀ ਦੇ ਵਿੱਚ ਤੈਨਾਤ ਜਿਹੜੇ ਅਫਸਰ ਹੈਗੇ ਨੇ, ਜਾਂ ਪੰਜਾਬ ਦੀ ਕਣਕ ਦੇ ਖਰੀਦ ਦੇ ਨਾਲ ਸੰਬੰਧਿਤ ਜਿਹੜੀ FCA ਦੀ ਟੀਮ ਹੈ, ਉੱਥੇ ਭ੍ਰਸ਼ਟਾਚਾਰ ਕਿਤੇ ਵੱਡੇ ਪੱਧਰ ਉੱਤੇ ਹੋ ਰਿਹਾ ਹੈ। ਸੋ ਇਸੇ ਤਰੀਕੇ ਦੇ ਨਾਲ ਹੋਰ ਵੀ ਮਹਿਕਮਿਆਂ ਦੇ ਵਿੱਚ ਹੋ ਰਿਹਾ। ਸੋ ਭ੍ਰਸ਼ਟਾਚਾਰ ਨੂੰ ਦੇ ਖਿਲਾਫ ਤਾਂ ਲੜਾਈ ਲੜਨੀ ਪੈਣੀ ਹੈ। CBI ਦਿੱਲੀ ਤੋਂ ਆ ਕੇ ਐਡਾ ਵੱਡਾ ਛਾਪਾ ਮਾਰਦੀ ਹੈ, ਅਫਸਰਾਂ ਨੂੰ ਫੜਦੀ ਹੈ, ਤੇ ਇਸੇ ਤਰੀਕੇ ਦੇ ਨਾਲ ਜੇ ਵਿਜੀਲੈਂਸ ਬਿਊਰੋ ਕਾਰਵਾਈਆਂ ਕਰਦੀ ਹੈ ਤਾਂ ਅਫਸਰਾਂ ਦਾ ਇਕੱਠੇ ਹੋਣ ਦਾ ਤਾਂ ਕੋਈ ਮਤਲਬ ਹੀ ਨਹੀਂ। ਇਹਨਾਂ ਕੇਸਾਂ ਦੇ ਵਿੱਚ ਤਾਂ ਅਦਾਲਤਾਂ ਦੇ ਵਿੱਚ ਹੀ ਜਾ ਕੇ ਤੁਹਾਨੂੰ ਰਿਆਇਤ ਜਾਂ ਰਾਹਤ ਮਿਲ ਸਕਦੀ ਹੈ। ਉਹ ਪਹਿਲਾਂ ਵੀ ਅਫਸਰ ਲੈਣ ਦੇ ਵਿੱਚ ਐਕਸਪਰਟ ਨੇ, ਮਾਹਰ ਨੇ। ਮੈਂ ਪਹਿਲਾਂ ਹੀ ਕੱਲ VK ਜੰਜੂਆ ਚੀਫ ਸਕੱਤਰ ਦਾ ਆਈਡਲੀ ਤਾਂ ਹੋਣਾ ਚਾਹੀਦਾ ਕਿ VK ਜੰਜੂਆ ਚੀਫ ਸਕੱਤਰ ਦਾ 2009 ਵਾਲਾ ਕੇਸ ਵੀ ਹੁਣ ਇੱਕ ਵਾਰ ਦੁਬਾਰਾ ਖੋਲ ਕੇ ਉਸਨੂੰ ਐਗਜ਼ਾਮਿਨ ਕੀਤਾ ਜਾਣਾ ਚਾਹੀਦਾ ਕਿ ਉਸਦੇ ਵਿੱਚ ਕੀ ਮੈਰਿਟ ਸੀ, ਕੀ ਉਹਨਾਂ ਨੂੰ ਟਰੈਪ ਗਲਤ ਕੀਤਾ ਗਿਆ, ਵਿਜੀਲੈਂਸ ਬਿਊਰੋ ਨੇ ਨਹੀਂ ਕੀਤਾ, ਕਿਉਂਕਿ ਇਹ ਚੀਜ਼ਾਂ ਨੂੰ ਵਿੱਚ ਹੀ ਛੱਡਤਾ ਜਾਂਦਾ ਹੈ ਤੇ ਇਹੀ ਕੋਸ਼ਿਸ਼ ਹੁੰਦੀ ਹੈ। ਸੋ ਮੈਨੂੰ ਆਪਸ ਦੇ ਵਿੱਚ ਜਿਹੜੇ ਸੰਬੰਧ ਨੇ ਉਹਨਾਂ ਦੇ ਵਿੱਚ ਤਾਂ ਫਿਲਹਾਲ ਮੈਨੂੰ ਲੱਗਦਾ ਨਹੀਂ, ਤੇ ਅਫਸਰਾਂ ਨੇ ਵੀ ਸਰਕਾਰਾਂ ਦੇ ਵਿੱਚ ਕੰਮ ਕਰਨਾ ਹੈ, ਉਹਨਾਂ ਨੇ ਵੀ ਆਪਣਾ ਸਿਸਟਮ ਅੱਗੇ ਤੋਰਨਾ ਹੈ। ਬਿਊਰੋਕ੍ਰੇਸੀ ਦਾ ਪਰਪਸ ਹੀ ਇਹ ਹੈ ਕਿ ਇੱਕ ਜਿਹੜੀ ਸਟੇਟ ਆਫ ਪਰਮਾਨੈਂਸੀ ਰਹੇ। ਸਿਆਸੀ ਪਾਰਟੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਸਰਕਾਰ ਕਿਸੇ ਦੀ, ਸੱਤਾ ਕਿਸ ਦੀ, ਇਹ ਬਦਲਾਅ ਹੁੰਦੇ ਰਹਿੰਦੇ ਨੇ, ਲੇਕਿਨ ਅਫਸਰਾਂ ਦਾ ਕੰਮ ਹੈ ਸਰਕਾਰ ਨੂੰ ਕੰਟੀਨਿਊਟੀ ਦੇਣਾ, ਤੇ ਉਹ ਕੰਟੀਨਿਊਟੀ ਦੇਣ ਦੇ ਵਿੱਚ ਹੀ ਆਪਣਾ ਕੰਮ ਕਰਨ ਬਿਹਤਰ ਹੈ। ਇਸ ਤਰੀਕੇ ਦੀ ਯੂਨੀਅਨਬਾਜ਼ੀ ਦੇ ਵਿੱਚ ਨਾ ਪੈਣ, ਤੇ ਇਹ ਇੱਕ ਜਿਹੜਾ ਐਗਜ਼ਾਮਪਲ ਹੈ ਇਸ ਘਟਨਾਕ੍ਰਮ ਨੇ ਇੱਕ ਬਹੁਤ ਤਾਜ਼ਾ ਉਦਾਹਰਣ ਦਿੱਤਾ ਹੈ ਤੇ ਇੱਕ ਮੈਸੇਜ ਵੀ ਦਿੱਤਾ ਹੈ ਕਿ ਅਫਸਰ ਘੱਟੋ ਘੱਟ ਇਸ ਆਪਣੇ ਡਿਊਟੀ ਵੱਲ ਧਿਆਨ ਦੇਣ, ਇਹਨਾਂ ਚੀਜ਼ਾਂ ਵੱਲ ਧਿਆਨ ਨਾ ਦੇਣ। ਜੀ, ਬਹੁਤ ਬਹੁਤ ਧੰਨਵਾਦ ਰਿਤੇਸ਼ ਜੀ, ਇਸ ਸਾਰੇ ਮਸਲੇ ਉੱਤੇ ਐਡਰੈਸ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਤਾਂ ਭਗਵੰਤ ਸਿੰਘ ਮਾਨ ਵਾਸਤੇ ਇੱਕ ਹੋਰ ਚੁਣੌਤੀ ਜਿਹੜੀ ਹੈ ਉਹ ਖੜੀ ਹੋ ਗਈ ਹੈ। ਹਾਲਾਂਕਿ ਇਸ ਫੈਸਲੇ ਦਾ, ਇਸ ਇਸ਼ੂ ਦਾ ਨਿਪਟਾਰਾ ਤਾਂ ਹੋ ਗਿਆ, ਪਰ ਕੀ ਅਜੇ ਵੀ ਅੰਦਰ ਖਾਤੇ ਕੋਲਡ ਵਾਰ ਚੱਲੂਗਾ ਬਿਊਰੋਕ੍ਰੇਸੀ ਤੇ ਪੋਲੀਟੀਕਲ ਲੀਡਰਸ ਦੇ ਵਿਚਕਾਰ?